ਹੁਣ ਤੁਸੀਂ ਖਿਆਲ ਕਰੋ, ਸੰਤ ਜਰਨੈਲ ਸਿੰਘ ਦਾ ਨਜ਼ਰੀਆ ਕੀ ਹੈ? ਉਹਨਾਂ ਦਾ ਨਜ਼ਰੀਆ ਸਾਡੇ ਵਰਗਾ ਨਹੀਂ ਹੈ ਕਿ ਇੰਨੇ ਕਿਊਸਿਕ ਪਾਣੀ ਜਾ ਰਿਹਾ ਹੈ, ਇੰਨਾ ਆਰਥਿਕ ਨੁਕਸਾਨ ਹੋ ਰਿਹਾ ਹੈ। ਉਹ ਜਦੋਂ ਇਸ ਨੂੰ ਸਪਿਰਿਚੁਅਲ ਪਰਸੈਪਸ਼ਨ ਦੇ ਵਿੱਚ ਵੇਖਦੇ ਨੇ ਤਾਂ ਉਹ ਨਜ਼ਰੀਆ ਹੋਰ ਹੈ। ਉਹ ਕਹਿੰਦੇ ਨੇ ਕਿ ਜੇਕਰ ਪੰਜਾਬ ਦਾ ਪਾਣੀ ਖਤਮ ਹੋ ਗਿਆ ਤੇ ਪੰਜਾਬ ਦੀ ਜ਼ਰਾਇਤ ਮਰ ਜਾਵੇਗੀ, ਖੇਤੀ ਮਰ ਜਾਵੇਗੀ, ਲੋਕਾਂ 'ਚ ਭੁੱਖਮਰੀ ਫੈਲੇਗੀ ਤੇ ਲੋਕ ਭੁੱਖ ਦੀ ਪੂਰਤੀ ਦੇ ਵਾਸਤੇ ਦੂਜੇ ਥਾਵਾਂ 'ਤੇ ਹਿਜਰਤ ਕਰਨਗੇ। ਤੇ ਜਦੋਂ ਬੰਦਾ ਭੁੱਖ ਦੇ ਵਾਸਤੇ ਆਪਣੇ ਮੂਲ ਖਿੱਤੇ ਨੂੰ ਛੱਡ ਕੇ ਕਿਸੇ ਵੀ ਖਿੱਤੇ ਦੇ ਵਿੱਚ ਹਿਜਰਤ ਕਰਦਾ ਹੈ ਨਾ, ਤਾਂ ਉਹ ਆਪਣੇ ਮੂਲ ਸਰੋਤਾਂ ਦੇ ਨਾਲੋਂ, ਮੂਲ ਭਾਸ਼ਾ ਦੇ ਨਾਲੋਂ, ਮੂਲ ਰੀਤੀ ਰਿਵਾਜਾਂ ਦੇ ਨਾਲੋਂ ਟੁੱਟ ਜਾਂਦਾ ਹੈ। ਉਹ ਕਹਿੰਦੇ ਨੇ ਕਿ ਜਿਹੜੀ ਡੈਸਪੀਰੇਸ਼ਨ ਹੋਵੇਗੀ ਉਹਦੇ ਨਾਲ ਕੌਮ ਦੀ ਜਿਹੜੀ ਚੇਤਨਤਾ ਹੈ ਉਹ ਸਮੁੱਚੇ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਟੁੱਟ ਜਾਵੇਗੀ। ਅੱਜ ਜਿਹੜੇ ਸਾਡੇ ਵਿਦੇਸ਼ਾਂ 'ਚ ਬੱਚੇ ਜਾਂਦੇ ਨੇ, ਆ ਤੁਸੀਂ ਵੇਖਦੇ ਹੋ ਕਿ ਉੱਥੇ ਜਿਹੜੇ ਵਾਪਰਦੇ ਵਰਤਾਰੇ ਨੇ ਉਹਨਾਂ ਦਾ ਕਿੰਨਾ ਇੰਪੈਕਟ ਸਾਡੇ 'ਤੇ ਪੈਂਦਾ ਹੈ। ਜਿਹੜੇ ਰੀਤੀ ਰਿਵਾਜ ਉਹ ਵਿਦੇਸ਼ਾਂ 'ਚ, ਤਾਂ ਮਾਫ਼ ਕਰਨਾ ਮੈਂ ਛੋਟੀ ਜਿਹੀ ਉਦਾਹਰਨ ਦੇ ਦਿੰਦਾ, ਕਦੀ ਸਿੱਖਾਂ ਦੇ ਵਿੱਚ ਮੋਮਬੱਤੀਆਂ ਜਗਾ ਕੇ ਰੋਸ ਮਾਰਚ ਦਾ ਕੋਈ ਵਿਧਾਨ ਨਹੀਂ ਸੀ ਹੁੰਦਾ, ਪਰ ਉਹ ਵਿਦੇਸ਼ਾਂ 'ਚ ਹੌਲੀ ਹੌਲੀ ਸਾਡੇ ਬੱਚਿਆਂ ਨੇ ਉੱਧਰ ਵੇਖਿਆ, ਇੱਧਰ ਆ ਗਿਆ ਕਿ ਮੋਮਬੱਤੀਆਂ ਜਗਾ ਕੇ ਰੋਸ ਮੁਜ਼ਾਹਰਾ ਕਰੋ। ਇਹ ਮੈਂ ਇਹ ਨਹੀਂ ਕਹਿੰਦਾ ਕਿ ਇਹ ਕੋਈ ਨੁਕਸ ਹੈ, ਇਹ ਕੁਦਰਤੀ ਵਰਤਾਰਾ ਹੈ। ਹੌਲੀ ਹੌਲੀ ਜਿਸ ਵੀ ਖਿੱਤੇ ਦੇ ਵਿੱਚ ਅਸੀਂ ਜਾਂਦੇ ਹਾਂ, ਉੱਥੋਂ ਦੇ ਰੀਤੀ ਰਿਵਾਜ, ਉੱਥੋਂ ਦੇ ਲੋਕਾਂ ਦੇ ਵਿਵਹਾਰ, ਉੱਥੇ ਲੋਕੀ ਕਿਸੇ ਕਿਰਿਆ ਦੇ ਪ੍ਰਤੀ ਪ੍ਰਤੀਕਿਰਿਆ ਕਿਵੇਂ ਕਰਦੇ ਨੇ, ਉਹ ਜਨ ਮਾਨਸਿਕਤਾ ਵਿੱਚ ਕੁਦਰਤੀ ਤੌਰ 'ਤੇ ਆ ਜਾਂਦਾ ਹੈ। ਸੰਤ ਜਰਨੈਲ ਸਿੰਘ ਕੌਮ ਦੇ ਇਸ ਭਵਿੱਖ ਨੂੰ ਲੈ ਕੇ ਚਿੰਤਤ ਸੀ ਕਿ ਗੱਲ ਕੇਵਲ ਤੇ ਕੇਵਲ ਪਾਣੀ ਦੀ ਨਹੀਂ ਹੈ, ਇਹਦੇ ਨਾਲ ਜੁੜੀ ਹੋਈ ਬਾਣੀ ਦੀ ਵਿਚਾਰਧਾਰਾ ਦੀ ਗੱਲ ਵੀ ਹੈ ਕਿ ਜੇਕਰ ਕੌਮ ਦੇ ਵਿੱਚ ਇੰਨੇ ਵੱਡੇ ਪੱਧਰ ਦੇ ਉੱਪਰ ਡੈਸਪੀਰੇਸ਼ਨ ਹੋਵੇਗੀ ਤਾਂ ਕੌਮ ਆਪਣੇ ਮੂਲ ਸਰੋਤ ਦੇ ਨਾਲੋਂ ਟੁੱਟ ਜਾਵੇਗੀ। ਤੇ ਜਿਹੜੀਆਂ ਮੂਲ ਸਰੋਤ ਦੇ ਨਾਲੋਂ ਕੌਮਾਂ ਟੁੱਟ ਜਾਂਦੀਆਂ ਨੇ ਉਹਨਾਂ ਨੂੰ ਦੁਬਾਰਾ ਮੁੱਖ ਧਾਰਾ ਦੇ ਵਿੱਚ ਲਿਆਉਣਾ ਕੋਈ ਸੌਖਾ ਨਹੀਂ ਜੀ ਹੁੰਦਾ। ਆ ਤਕਰੀਬਨ 20 ਸਾਲ ਹੋ ਗਏ ਨੇ। ਕੋਈ ਉਹ ਸਮਾਂ ਸੀ ਗੁਰੂ ਨਾਨਕ ਸਾਹਿਬ, ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਨੇ ਜਿਹੜੀਆਂ ਸਾਰੇ ਹਿੰਦੁਸਤਾਨ ਦੇ ਵਿੱਚ ਉਦਾਸੀਆਂ ਕੀਤੀਆਂ ਤੇ ਉਹਨਾਂ ਦੇ ਨਾਲ ਜਿਹੜੇ ਪੰਜਾਬ ਤੋਂ ਬਾਹਰ ਦੇ ਲੋਕਾਂ ਦੇ ਸਿੱਖ ਬਣੇ, ਚਾਹੇ ਉਹ ਵਣਜਾਰੇ ਨੇ, ਚਾਹੇ ਉਹ ਸ਼ਕਲੀਗਰ ਕਬੀਲੇ ਦੇ ਲੋਕ ਨੇ, ਅੱਜ ਤੁਸੀਂ ਵੇਖ ਲਓ ਕਿੰਨਾ ਤਰੱਦਦ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਨਹੀਂ ਲਿਆਂਦਾ ਜਾ ਸਕਿਆ। ਕਾਰਨ ਕੀ ਸੀ? ਕਿ ਡੈਸਪੀਰੇਸ਼ਨ ਹੋਈ ਹੈ। ਉਸ ਡੈਸਪੀਰੇਸ਼ਨ ਦੇ ਵਿੱਚੋਂ ਮੂਲ ਵਿਚਾਰਧਾਰਾ ਤੋਂ ਟੁੱਟ ਗਏ ਨੇ। ਬਿਲਕੁਲ ਪੰਜਾਬ ਦਾ ਇਹੀ ਹਾਲ ਸੰਤ ਜਰਨੈਲ ਸਿੰਘ ਨੂੰ ਨਜ਼ਰ ਆ ਰਿਹਾ ਸੀ। ਹੁਣ ਅਗਲੀ ਗੱਲ ਹੈ ਕਿ ਰਵਾਇਤੀ ਲੀਡਰਸ਼ਿਪ ਜਿਹੜੀ ਹੈ ਉਹ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਨੂੰ ਸਵੀਕਾਰ ਕਿਉਂ ਨਹੀਂ ਕਰਦੀ? ਕਿਉਂ ਕਿਹਾ ਜਾਂਦਾ ਸਾਧ ਹੈ? ਇਸ ਨੂੰ ਪੰਜਾਬ ਦੇ ਮੁੱਦਿਆਂ ਦੀ ਕੀ ਸਾਂਝ ਹੈ? ਪਰ ਜਿਹੜੀ ਲੀਡਰਸ਼ਿਪ ਸੰਤ ਜਰਨੈਲ ਸਿੰਘ ਨੂੰ ਸਾਥ ਦਿੰਦੀ ਹੈ ਤੇ ਸਵੀਕਾਰ ਕਰਦੀ ਹੈ, ਉਹ ਲੀਡਰਸ਼ਿਪ ਹੈ ਜਿਹੜੀ ਦੋ ਤਰੀਕਿਆਂ ਦੇ ਨਾਲ ਇਸ ਬ੍ਰਹਮਨਿਸਟਿਕ ਨੈਸ਼ਨਲਿਜ਼ਮ ਨੂੰ ਸਮਝਦੀ ਹੈ। ਦੋ ਬੜੀਆਂ ਅਹਿਮ ਸ਼ਖਸੀਅਤਾਂ ਜਿਹੜੀਆਂ ਡਟ ਕੇ ਸੰਤ ਜਰਨੈਲ ਸਿੰਘ ਦਾ ਸਾਥ ਦਿੰਦੀਆਂ ਨੇ। ਇੱਕ ਸ਼ਖਸੀਅਤ ਉਹ ਹੈ ਜਿਹੜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਕਾਲੀ ਸਿਆਸਤ ਦੇ ਵਿੱਚ ਹੁੰਦਿਆਂ ਵੀ ਬ੍ਰਹਮਨਿਸਟਿਕ ਨੈਸ਼ਨਲਿਜ਼ਮ, ਜਿਹੜਾ ਹਿੰਦੂਤਵ ਦਾ ਰਾਸ਼ਟਰਵਾਦ ਹੈ, ਉਹਨੂੰ ਸਮਝ ਚੁੱਕੀ ਹੈ। ਉਹਨੇ ਸਰਦਾਰ ਕਪੂਰ ਸਿੰਘ। ਦੂਸਰੀ ਸ਼ਖਸੀਅਤ ਜਿਸ ਨੂੰ ਇਹ ਪਤਾ ਹੈ ਕਿ ਬਹੁਤ ਵੱਡੇ ਪੱਧਰ ਦੇ ਉੱਪਰ ਵੀ ਇਸ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਬਤੌਰ ਸਿੱਖ ਤੁਹਾਡੇ ਨਾਲ ਵਿਤਕਰਾ ਕੀਤਾ ਜਾਂਦਾ, ਉਹ ਸ਼ਖਸੀਅਤ ਹੈ ਜਨਰਲ ਸ਼ਬੇਗ ਸਿੰਘ। ਹੁਣ ਖਿਆਲ ਕਰੋ ਕਿ ਇਹ ਦੋਵੇਂ ਸ਼ਖਸੀਅਤਾਂ, ਇੱਕ IAS ਆਫੀਸਰ ਹੋਵੇ, ਇੱਕ ਆਰਮੀ ਦਾ ਜਨਰਲ ਹੋਵੇ, ਉਹਨਾਂ ਦੀ ਮਾਨਸਿਕ ਸੱਤਾ ਸਾਡੇ ਤੋਂ ਨੀਵੀਂ ਤਾਂ ਨਹੀਂ ਹੋਵੇਗੀ। ਜੇ ਉਹਨਾਂ ਨੇ ਸੰਤ ਜਰਨੈਲ ਸਿੰਘ ਦਾ ਸਾਥ ਦੇਣਾ ਸਵੀਕਾਰ ਕੀਤਾ ਹੈ ਤੇ ਕੀ ਉਹ ਪਹਿਲਾਂ ਬਾਕੀ ਲੀਡਰਾਂ ਨੂੰ ਨਹੀਂ ਮਿਲੇ? ਮੈਂ ਤੁਹਾਨੂੰ ਦੋਵਾਂ ਦਾ ਵਰਤਾਰਾ ਦੱਸ ਦਿੰਦਾ। ਸਰਦਾਰ ਕਪੂਰ ਸਿੰਘ ਦੇ ਕੋਲ ਰਵਾਇਤੀ ਲੀਡਰਸ਼ਿਪ ਸਾਰੀ ਗਈ। ਇਹ ਤਕਰੀਬਨ 80 ਕੁ ਦੀ ਗੱਲ ਹੈ ਜੀ। ਪੰਥ ਦੇ ਇੰਨੇ ਮਸਲੇ ਨੇ, ਪੰਥ ਦਾ ਭਲਾ ਕਿਵੇਂ ਹੋਵੇ? ਤੇ ਸਰਦਾਰ ਕਪੂਰ ਸਿੰਘ ਦਾ ਜਵਾਬ ਬੜਾ ਪਿਆਰਾ ਸੀ। ਕਹਿੰਦੇ ਕਿ ਰੱਸੇ ਲੈ ਜਾਓ, ਆ ਜਿਹੜੇ ਤੁਸੀਂ 5-6 ਲੀਡਰ ਹੋ ਨਾ ਜਿਨ੍ਹਾਂ ਨੇ ਕੌਮ ਨੂੰ ਭੰਬਲ ਭੂਸੇ 'ਚ ਪਾਇਆ, ਤੁਸੀਂ ਗੱਲ ਦੇ ਵਿੱਚ ਪਾ ਕੇ ਕੌਮ ਦੇ ਵਿੱਚੋਂ ਕਿਨਾਰਾਕਸ਼ੀ ਕਰ ਜਾਓ, ਕੌਮ ਦਾ ਭਲਾ ਆਪੇ ਹੋ ਜਾਣਾ। ਦੂਜੇ ਬੰਨੇ ਜਿਸ ਵੇਲੇ ਸਰਦਾਰ ਢਿੱਲੋਂ ਦੇ ਨਾਲ ਜਨਰਲ ਸ਼ਬੇਗ ਸਿੰਘ ਅੰਮ੍ਰਿਤਸਰ ਆਉਂਦੇ ਨੇ ਤੇ ਸੰਤ ਜਰਨੈਲ ਸਿੰਘ ਨੂੰ ਮਿਲਣ ਤੋਂ ਪਹਿਲਾਂ ਲੌਂਗੋਵਾਲ ਨੂੰ ਮਿਲਦੇ ਨੇ। ਲੰਬੀ ਵਾਰਤਾਲਾਪ ਹੁੰਦੀ ਹੈ, ਕੌਮ ਦਾ ਭਵਿੱਖ ਕੀ ਹੋਵੇਗਾ, ਕਿਉਂਕਿ ਉਸ ਵੇਲੇ ਉਹ ਧਰਮਯੁੱਧ ਮੋਰਚੇ ਦੇ ਡਿਕਟੇਟਰ ਨੇ ਹਰਚੰਦ ਸਿੰਘ ਲੌਂਗੋਵਾਲ। ਤੇ ਸਾਰੀ ਵਾਰਤਾਲਾਪ ਤੋਂ ਬਾਅਦ ਸਰਦਾਰ ਢਿੱਲੋਂ ਕਹਿੰਦੇ ਨੇ ਕਿ ਸ਼ਬੇਗ ਸਿੰਘ ਮੈਨੂੰ ਬਾਹਰ ਆ ਕੇ ਪਤਾ ਕੀ ਕਹਿੰਦੇ ਨੇ? ਕਹਿੰਦੇ ਇਹਨਾਂ ਲੀਡਰਾਂ ਦੇ ਪੱਲੇ ਕੱਖ ਨਹੀਂ। ਇਹਦਾ ਮਤਲਬ ਕਿ ਇਹ ਜਿਹੜੀਆਂ ਦੋ ਸ਼ਖਸੀਅਤਾਂ ਸੰਤ ਜਰਨੈਲ ਸਿੰਘ ਦੇ ਨਾਲ ਖਲੋਂਦੀਆਂ ਨੇ, ਉਸ ਲੀਡਰਸ਼ਿਪ ਦੇ ਵਰਤਾਰੇ ਨੂੰ ਵੀ ਸਮਝ ਚੁੱਕੀਆਂ ਨੇ ਤੇ ਉਹ ਸਟੇਟ ਦੇ ਵਰਤਾਰੇ ਨੂੰ ਵੀ ਸਮਝ ਚੁੱਕੀਆਂ ਨੇ। ਸਰਦਾਰ ਕਪੂਰ ਸਿੰਘ ਸੰਤ ਜਰਨੈਲ ਸਿੰਘ ਦੇ ਸਾਥ ਦੇ ਵਿੱਚ ਨੇ, ਕਿਉਂਕਿ ਉਹਨਾਂ ਨੇ
ਤਕਰੀਬਨ 1950 ਦੇ ਵਿੱਚ ਸਿੱਖ ਜਰਾਇਮ ਪੇਸ਼ਾ ਕੌਮ ਦੇ ਮਸਲੇ ਤੋਂ ਲੈ ਕੇ ਜੋ ਕੁਝ ਉਹਨਾਂ ਦੇ ਉੱਪਰ ਇਸ ਸਟੇਟ ਦੇ ਵੱਲੋਂ ਹੋਇਆ ਉਹ ਸਾਰੇ ਨੂੰ ਹੰਢਾ ਚੁੱਕੇ ਨੇ, ਤੇ ਉਹ ਵੀ ਅਕਾਲੀ ਨੇ, ਉਹ ਵੀ ਅਕਾਲੀ ਦੇ ਨਾਲ ਜੁੜੇ ਹੋਏ ਨੇ, ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ। ਪਰ ਉਹਨਾਂ ਨੇ ਇਹ ਵੇਖਿਆ ਕਿ ਵਿਤਕਰਾ ਕਿਵੇਂ ਕੀਤਾ ਜਾਂਦਾ ਹੈ, ਤੇ ਇਸ ਵਿਤਕਰੇ ਦਾ ਹੱਲ ਜੇ ਸਦੀਵੀ ਤੌਰ ਤੇ ਕੱਢਣਾ ਹੈ ਤੇ ਫਿਰ ਸੰਤ ਜਰਨੈਲ ਸਿੰਘ ਦੀ ਵਿਚਾਰਧਾਰਾ ਨਾਲ ਤੁਹਾਨੂੰ ਜੁੜਨਾ ਪਵੇਗਾ। ਉਹ ਵਿਤਕਰਾ ਕਿਵੇਂ ਦਾ ਸੀ? ਹਿੰਦੁਸਤਾਨ ਦੀ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਕਿ ਜਿਹੜਾ ਡਿਪਟੀ ਕਮਿਸ਼ਨਰ ਆ ਉਹ ਉਹਨਾਂ ਸਮਿਆਂ 'ਚ ਆਈਆਂ ਜਿਹੜੀਆਂ ਸ਼ੈਵਲਟ ਦੀਆਂ ਕਾਰ ਸੀ ਉਹ ਲੈ ਸਕਦਾ ਹੈ, ਪਰ ਸਰਦਾਰ ਕਪੂਰ ਸਿੰਘ ਕਾਰ ਨਹੀਂ ਲੈ ਸਕਦਾ, ਸਿੱਖ ਹੈ। ਜਰਾਇਮ ਪੇਸ਼ਾ ਕੌਮ ਦੀ ਗੱਲ ਚੱਲੀ ਤਾਂ ਉਹ ਸਾਰਾ ਜਿਹੜਾ ਦਸਤਾਵੇਜ਼ ਸੀ ਉਹਨੂੰ ਸਰਦਾਰ ਕਪੂਰ ਸਿੰਘ ਨੇ ਕੌਮ ਦੇ ਅੱਗੇ ਰੱਖਿਆ, ਜਿਸ ਨੂੰ ਤੁਸੀਂ ਉਹਨਾਂ ਦੀ ਕਿਤਾਬ ਸਾਚੀ ਸਾਖੀ ਦੇ ਵਿੱਚ ਬੜੇ ਵਿਸਥਾਰ ਦੇ ਨਾਲ ਪੜ੍ਹ ਸਕਦੇ ਹੋ। ਸੋ ਜਿਸ ਤਰ੍ਹਾਂ ਦੇ ਨਾਲ ਸਰਦਾਰ ਕਪੂਰ ਸਿੰਘ ਇਸ ਬ੍ਰਹਮਨਿਸਟਿਕ ਨੈਸ਼ਨਲਿਜ਼ਮ ਦਾ ਸ਼ਿਕਾਰ ਹੁੰਦੇ ਨੇ, ਉਹਨਾਂ ਨੂੰ ਵੀ ਭਵਿੱਖ ਜਿਹੜਾ ਕੌਮ ਦਾ ਸੰਤ ਜਰਨੈਲ ਸਿੰਘ 'ਚ ਨਜ਼ਰ ਆਉਂਦਾ ਹੈ। ਤੇ ਜਨਰਲ ਸ਼ਬੀਕ ਸਿੰਘ, ਦੁਨੀਆ ਦੇ ਇਤਿਹਾਸ ਦੇ ਵਿੱਚ ਜੇ ਕੋਈ ਸਭ ਤੋਂ ਵੱਡਾ ਆਤਮ ਸਮਰਪਣ ਕਿਸੇ ਫੌਜ ਦਾ ਹੋਇਆ ਤਾਂ ਉਹ ਬੰਗਲਾਦੇਸ਼ ਦੇ ਵਿੱਚ ਜਨਰਲ ਨਿਆਜ਼ੀ ਦੀ ਅਧੀਨ ਪਾਕਿਸਤਾਨੀ ਫੌਜ ਦਾ ਹੋਇਆ, ਜਦੋਂ 91,000 ਫੌਜ ਨੇ ਇੱਕ ਦਿਨ ਇਕੱਠਿਆਂ ਸਰੈਂਡਰ ਕੀਤਾ। ਤੇ ਸਰੈਂਡਰ ਜਿਨ੍ਹਾਂ ਦੇ ਅੱਗੇ ਕੀਤਾ ਤੁਹਾਡੇ ਦੋਵੇਂ ਸਿੱਖ ਜਰਨੈਲ ਸਰਦਾਰ ਜਗਜੀਤ ਸਿੰਘ ਅਰੋੜਾ ਤੇ ਜਨਰਲ ਸ਼ਬੀਕ ਸਿੰਘ। ਔਰ ਜਨਰਲ ਸ਼ਬੀਕ ਸਿੰਘ ਨੇ ਬੰਗਲਾਦੇਸ਼ ਦੇ ਵਿੱਚ ਮੁਸਲਮਾਨ ਦੇ ਭੇਸ ਦੇ ਵਿੱਚ ਰਹਿ ਕੇ ਮੁਕਤੀਬਾਨੀ ਫੌਜ ਨੂੰ ਤਿਆਰ ਕੀਤਾ। ਉਹਨਾਂ ਦੀਆਂ ਚਿੱਠੀਆਂ ਕਿਤੇ ਤੁਹਾਨੂੰ ਵੇਖਣ ਦਾ ਮੌਕਾ ਮਿਲੇ, ਪਰਿਵਾਰ ਦੇ ਕੋਲ ਪਈਆਂ ਹੋਈਆਂ ਨੇ। ਉਹਨਾਂ ਦੀਆਂ ਚਿੱਠੀਆਂ ਦੇ ਉੱਪਰ ਜਿਹੜਾ ਨਾਮ ਹੁੰਦਾ ਸੀ ਐਸ ਬੇਗ ਲਿਖਿਆ ਹੁੰਦਾ ਸੀ। ਸ਼ਬੇਗ ਨਹੀਂ ਸੀ ਲਿਖਦੇ ਕਿ ਪਤਾ ਨਾ ਲੱਗ ਜਾਵੇ ਕਿ ਸਿੱਖ ਹੈ ਕਿ ਕੌਣ ਹੈ, ਐਸ ਬੇਗ ਕਿ ਨਾਮ ਮੁਸਲਮਾਨਾਂ ਵਰਗਾ ਵਰਤਿਆ ਗਿਆ। ਪਰ ਇੰਨੀ ਵੱਡੀ ਦੇਸ਼ ਦੀ ਸੇਵਾ ਕਰਨ ਉਪਰੰਤ ਜਦੋਂ ਇਹ ਲੱਗਦਾ ਹੈ ਕਿ ਸੀਨੀਅਰਟੀ ਵਾਈਜ਼ ਉਹਨਾਂ ਨੂੰ ਹੁਣ ਫੌਜ ਦੇ ਮੁਖੀ ਬਣਾਇਆ ਜਾਣਾ ਤੇ ਉਹਨਾਂ ਦੇ ਉੱਪਰ ਕੀ ਦੋਸ਼ ਲਾ ਕੇ ਕੋਰਟ ਮਾਰਸ਼ਲ ਕੀਤਾ ਜਾਂਦਾ ਹੈ ਕਿ ਸ਼ਬੀਕ ਸਿੰਘ ਨੇ ਮਿਲਟਰੀ ਦੀ ਆਕਸ਼ਨ ਦੇ ਵਿੱਚੋਂ ਇੱਕ ਟਰੱਕ ਸਸਤਾ ਲੈ ਲਿਆ। ਸ਼ਬੀਕ ਸਿੰਘ ਨੇ ਇੱਕ ਜੂਨੀਅਰ ਆਫੀਸਰ ਦੇ ਕੋਲੋਂ ਚਾਂਦੀ ਦੀ ਪਲੇਟ ਤੋਹਫੇ 'ਚ ਲੈ ਲਈ। ਇਹ ਦੋ ਦੋਸ਼ ਨੇ, ਕੋਰਟ ਮਾਰਸ਼ਲ ਕਰਕੇ ਕੱਢ ਦਿੱਤਾ ਜਾਂਦਾ ਹੈ। ਹੁਣ ਖਿਆਲ ਕਰਿਓ, ਬੋਫਰਸ ਦੇ ਵਿੱਚ ਅਰਬਾਂ ਦਾ ਘਟਾਲਾ ਹੋਵੇ, ਸਿੱਖ ਸ਼ਖਸੀਅਤ ਦਾ ਨਾਂ ਨਹੀਂ ਹੈ, ਇਸ ਦੇਸ਼ ਨੂੰ ਕੋਈ ਇਤਰਾਜ਼ ਨਹੀਂ। ਰਾਫੇਲ ਦੇ ਵਿੱਚ ਜਿੰਨਾ ਮਰਜ਼ੀ ਘਟਾਲਾ ਹੋ ਜਾਵੇ, ਸਿੱਖ ਸ਼ਖਸੀਅਤ ਨਹੀਂ ਹੈ, ਕੋਈ ਇਤਰਾਜ਼ ਨਹੀਂ। ਮਰੇ ਹੋਏ ਫੌਜੀਆਂ ਦੇ ਕਫਨਾਂ ਦੇ ਵਿੱਚ ਕਰੋੜਾਂ ਦਾ ਘਟਾਲਾ ਹੋਵੇ, ਕੋਈ ਇਤਰਾਜ਼ ਨਹੀਂ ਹੈ। ਪਰ ਸ਼ਬੀਕ ਸਿੰਘ ਦੇ ਇਤਰਾਜ਼ ਹੈ ਕਿ ਉਸਨੇ ਇੱਕ ਜੂਨੀਅਰ ਆਫੀਸਰ ਦੇ ਕੋਲੋਂ ਪਲੇਟ ਲਈ ਹੈ। ਕੋਰਟ ਮਾਰਸ਼ਲ ਕੀਤਾ ਜਾਂਦਾ ਹੈ ਔਰ ਸ਼ਹਾਦਤ ਤੋਂ ਬਾਅਦ ਸਰਦਾਰ ਸ਼ਬੀਕ ਸਿੰਘ ਉਸ ਕੇਸ ਦੇ ਵਿੱਚੋਂ ਬਾਇਜ਼ਤ ਬਰੀ ਹੁੰਦੇ ਨੇ। ਸ਼ਹਾਦਤ ਤੋਂ ਬਾਅਦ ਉਹਦਾ ਫੈਸਲਾ ਹੁੰਦਾ ਹੈ। ਹੁਣ ਤੁਸੀਂ ਖਿਆਲ ਕਰੋ ਕਿ ਉਹ ਸੰਤ ਜਰਨੈਲ ਸਿੰਘ ਹੈ ਜਿਹਦੇ ਨਾਲ ਸ਼ਬੀਕ ਸਿੰਘ ਵਰਗਾ ਪੜ੍ਹਿਆ ਲਿਖਿਆ ਜਰਨੈਲ ਖੜਦਾ ਹੈ। ਕਿਉਂ? ਕਿਉਂਕਿ ਉਹ ਵੀ ਭਾਰਤੀ ਰਾਜਨੀਤੀ ਦਾ ਜਿਹੜਾ ਸਿੱਖਾਂ ਪ੍ਰਤੀ ਵਿਤਕਰਾ ਹੈ ਉਹਨੂੰ ਆਪਣੇ ਤਨ ਦੇ ਉੱਪਰ ਹੰਢਾ ਚੁੱਕਾ ਹੈ। ਸਰਦਾਰ ਕਪੂਰ ਸਿੰਘ ਸਪੋਰਟ ਦੇ ਉੱਪਰ ਆਉਂਦੇ ਨੇ। ਹੁਣ ਇਹ ਦੋਵੇਂ ਕਿਹੜੇ ਪੱਧਰ ਦੇ ਅਫੀਸਰ ਨੇ? ਔਰ ਖਾਸ ਕਰਕੇ ਜੇਕਰ ਤੁਸੀਂ ਜਨਰਲ ਸ਼ਬੀਕ ਸਿੰਘ ਦੇ ਫੈਮਿਲੀ ਟਰੀ ਦੀ ਗੱਲ ਕਰੋ, ਤੇ ਮੈਂ ਜਦੋਂ ਉਹਨਾਂ ਦੇ ਬਾਰੇ ਖੋਜ ਕਰ ਰਿਹਾ ਸੀ ਤਾਂ ਆਰਮੀ ਦੇ ਕਿਸੇ ਆਫੀਸਰ ਦੇ ਵਿੱਚ ਲਿਖੀ ਮੈਨੂੰ ਇੱਕ ਲਾਈਨ ਸਿਰਫ ਮਿਲੀ, ਹਵਾਲਾ ਹੀ ਕਾਫੀ ਹੁੰਦਾ ਹੈ। ਉਸਨੇ ਲਿਖਿਆ ਕਿ ਸ਼ਬੀਕ ਸਿੰਘ ਬਹੁਤ ਕਾਬਿਲ ਆਫੀਸਰ ਸੀ, ਸਿੱਖੀ ਜਜ਼ਬਾਤ ਉਹਦੇ ਉੱਪਰ ਬੜੇ ਭਾਰੂ ਸਨ ਕਿਉਂਕਿ ਉਹ ਸਿੱਧੇ ਤੌਰ ਤੇ ਸਰਦਾਰ ਮਹਿਤਾਬ ਸਿੰਘ ਮੀਰਾਂਕੋਟ ਦੇ ਖਾਨਦਾਨ ਦੇ ਵਿੱਚੋਂ ਸੀ। ਪਰ ਇੰਨੀ ਵੱਡੀ ਦੇਸ਼ ਦੀ ਸੇਵਾ ਕਰਨ ਉਪਰੰਤ ਜਦੋਂ ਇਹ ਲੱਗਦਾ ਹੈ ਕਿ ਸੀਨੀਅਰਟੀ ਵਾਈਜ਼ ਉਹਨਾਂ ਨੂੰ ਹੁਣ ਫੌਜ ਦੇ ਮੁਖੀ ਬਣਾਇਆ ਜਾਣਾ ਤੇ ਉਹਨਾਂ ਦੇ ਉੱਪਰ ਕੀ ਦੋਸ਼ ਲਾ ਕੇ ਕੋਰਟ ਮਾਰਸ਼ਲ ਕੀਤਾ ਜਾਂਦਾ ਹੈ ਕਿ ਸ਼ਬੀਕ ਸਿੰਘ ਨੇ ਮਿਲਟਰੀ ਦੀ ਆਕਸ਼ਨ ਦੇ ਵਿੱਚੋਂ ਇੱਕ ਟਰੱਕ ਸਸਤਾ ਲੈ ਲਿਆ। ਸ਼ਬੀਕ ਸਿੰਘ ਨੇ ਇੱਕ ਜੂਨੀਅਰ ਆਫੀਸਰ ਦੇ ਕੋਲੋਂ ਚਾਂਦੀ ਦੀ ਪਲੇਟ ਤੋਹਫੇ 'ਚ ਲੈ ਲਈ। ਇਹ ਦੋ ਦੋਸ਼ ਨੇ, ਕੋਰਟ ਮਾਰਸ਼ਲ ਕਰਕੇ ਕੱਢ ਦਿੱਤਾ ਜਾਂਦਾ ਹੈ। ਹੁਣ ਖਿਆਲ ਕਰਿਓ, ਬੋਫਰਸ ਦੇ ਵਿੱਚ ਅਰਬਾਂ ਦਾ ਘਟਾਲਾ ਹੋਵੇ, ਸਿੱਖ ਸ਼ਖਸੀਅਤ ਦਾ ਨਾਂ ਨਹੀਂ ਹੈ, ਇਸ ਦੇਸ਼ ਨੂੰ ਕੋਈ ਇਤਰਾਜ਼ ਨਹੀਂ। ਰਾਫੇਲ ਦੇ ਵਿੱਚ ਜਿੰਨਾ ਮਰਜ਼ੀ ਘਟਾਲਾ ਹੋ ਜਾਵੇ, ਸਿੱਖ ਸ਼ਖਸੀਅਤ ਨਹੀਂ ਹੈ, ਕੋਈ ਇਤਰਾਜ਼ ਨਹੀਂ। ਮਰੇ ਹੋਏ ਫੌਜੀਆਂ ਦੇ ਕਫਨਾਂ ਦੇ ਵਿੱਚ ਕਰੋੜਾਂ ਦਾ ਘਟਾਲਾ ਹੋਵੇ, ਕੋਈ ਇਤਰਾਜ਼ ਨਹੀਂ ਹੈ। ਪਰ ਸ਼ਬੀਕ ਸਿੰਘ ਦੇ ਇਤਰਾਜ਼ ਹੈ ਕਿ ਉਸਨੇ ਇੱਕ ਜੂਨੀਅਰ ਆਫੀਸਰ ਦੇ ਕੋਲੋਂ ਪਲੇਟ ਲਈ ਹੈ। ਕੋਰਟ ਮਾਰਸ਼ਲ ਕੀਤਾ ਜਾਂਦਾ ਹੈ ਔਰ ਸ਼ਹਾਦਤ ਤੋਂ ਬਾਅਦ ਸਰਦਾਰ ਸ਼ਬੀਕ ਸਿੰਘ ਉਸ ਕੇਸ ਦੇ ਵਿੱਚੋਂ ਬਾਇਜ਼ਤ ਬਰੀ ਹੁੰਦੇ ਨੇ। ਸ਼ਹਾਦਤ ਤੋਂ ਬਾਅਦ ਉਹਦਾ ਫੈਸਲਾ ਹੁੰਦਾ ਹੈ। ਹੁਣ ਤੁਸੀਂ ਖਿਆਲ ਕਰੋ ਕਿ ਉਹ ਸੰਤ ਜਰਨੈਲ ਸਿੰਘ ਹੈ ਜਿਹਦੇ ਨਾਲ ਸ਼ਬੀਕ ਸਿੰਘ ਵਰਗਾ ਪੜ੍ਹਿਆ ਲਿਖਿਆ ਜਰਨੈਲ ਖੜਦਾ ਹੈ। ਕਿਉਂ? ਕਿਉਂਕਿ ਉਹ ਵੀ ਭਾਰਤੀ ਰਾਜਨੀਤੀ ਦਾ ਜਿਹੜਾ ਸਿੱਖਾਂ ਪ੍ਰਤੀ ਵਿਤਕਰਾ ਹੈ ਉਹਨੂੰ ਆਪਣੇ ਤਨ ਦੇ ਉੱਪਰ ਹੰਢਾ ਚੁੱਕਾ ਹੈ। ਸਰਦਾਰ ਕਪੂਰ ਸਿੰਘ ਸਪੋਰਟ ਦੇ ਉੱਪਰ ਆਉਂਦੇ ਨੇ। ਹੁਣ ਇਹ ਦੋਵੇਂ ਕਿਹੜੇ ਪੱਧਰ ਦੇ ਅਫੀਸਰ ਨੇ? ਔਰ ਖਾਸ ਕਰਕੇ ਜੇਕਰ ਤੁਸੀਂ ਜਨਰਲ ਸ਼ਬੀਕ ਸਿੰਘ ਦੇ ਫੈਮਿਲੀ ਟਰੀ ਦੀ ਗੱਲ ਕਰੋ, ਤੇ ਮੈਂ ਜਦੋਂ
ਉਹਨਾਂ ਦੇ ਬਾਰੇ ਖੋਜ ਕਰ ਰਿਹਾ ਸੀ ਤਾਂ ਆਰਮੀ ਦੇ ਕਿਸੇ ਆਫੀਸਰ ਦੇ ਵਿੱਚ ਲਿਖੀ ਮੈਨੂੰ ਇੱਕ ਲਾਈਨ ਸਿਰਫ ਮਿਲੀ, ਹਵਾਲਾ ਹੀ ਕਾਫੀ ਹੁੰਦਾ ਹੈ। ਉਸਨੇ ਲਿਖਿਆ ਕਿ ਸ਼ਬੇਗ ਸਿੰਘ ਬਹੁਤ ਕਾਬਿਲ ਆਫੀਸਰ ਸੀ, ਸਿੱਖੀ ਜਜ਼ਬਾਤ ਉਹਦੇ ਉੱਪਰ ਬੜੇ ਭਾਰੂ ਸਨ ਕਿਉਂਕਿ ਉਹ ਸਿੱਧੇ ਤੌਰ ਤੇ ਸਰਦਾਰ ਮਹਿਤਾਬ ਸਿੰਘ ਮੀਰਾਂਕੋਟ ਦੇ ਖਾਨਦਾਨ ਦੇ ਵਿੱਚੋਂ ਸੀ।